सुमत गुरु नानक पद पंकज बंदन सिमरो अंगद दुख निकंदन। गुरु अमरदास श्री गुरु रामदास गुण गाओ। गुरु अर्जुन श्री हरगोबिंद शुभ सुमत प्रकाशक। श्री हर राय श्री हर कृष्ण मनाओ बहोरी। गुर तेग बहादुर परम कृपाला। श्री गुरु गोबिंद सिंह विसाला। तरो तरा तार बंदो बार बार जगदीशा। एक अंकारा सतगुरु वाहिगुरु जी की फतेह। विघ्न विनाशन सोए। श्री नानक परशोत्तम परम परावर नाथ। युगल चरण मम बंदना। तार पर तार कर माथ। कहाँ बुद्ध प्रभ तुच्छ हमारी। हम ना सकत कर सिफत तुम्हारी। हम ना सकत कर सिफत तुम्हारी। सतनाम श्री वाहिगुरु साहिब जी। जय श्री महला नौवां। एक ओंकार सतगुर प्रसाद। भूल्यो मन माया उलझायो। जो जो कर्म कियो लालच लग। तह तह आप बंधायो। रहाओ समझ न परी बिखै रस रच्यो। जस हर को बिसरायो। संग स्वामी सो जान्यो नाहिम। बन खोजन नाओ बन खोजन को तायो। रतन राम कटही के भीतर। ताको ज्ञान न पायो। जन नानक भगवंत भजन बिन। बिरथा जन्म गवायो। वाहिगुरु जी का खालसा वाहिगुरु जी की फतेह। हमारी प्यारी अमृत धारी। गुर निमख न मानते टारी रे। सरसन परसन हरसन रंग रंगी करतारी रे। धन धन श्री गुरु ग्रंथ साहिब महाराज जी दे हजूर जुड़ मिल बैठी गुरु स्वरूप गुरु खालसा साध संगत जी। धन धन गुरुदेव जिस संग हर जपे। गुर कृपाल जपए तां अवगुण सब छपे। सच्चे पातशाह गुरु ग्रंथ साहिब महाराज जी दे हजूर निता प्रति शामां दे दीवान दियां हाजरियां भर रही गुरु का खास रूप गुरु खालसा साध संगत जी। आप जी निता प्रति नौवें पातशाह हिंद दी चादर श्री गुरु तेग बहादुर साहब महाराज सच्चे पातशाह का इतिहास ਅਤੇ ਗੁਰਬਾਣੀ ਸਰਵਣ ਕਰਨ ਦੇ ਲਈ ਦਰਬਾਰ 'ਚ ਇਕੱਤਰਤ ਹੁੰਦੇ ਹੋ। ਆਓ ਗੁਰਦੇਵ ਦਾ ਪ੍ਰੇਮ ਦੇ ਨਾਲ ਇਤਿਹਾਸ ਸਰਵਣ ਕਰੀਏ। ਜਿਸ ਤਰ੍ਹਾਂ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਅਸਾਮ ਦੇ ਵਿਖੇ ਚਾਲਾ ਮਾਰਨਾ ਹੈ। ਆਓ ਪਾਵਨ ਪਵਿੱਤਰ ਇਤਿਹਾਸ ਸਰਵਣ ਕਰਨ ਦੇ ਲਈ ਮਨ ਚਿੱਤ ਬਿਰਤੀਆਂ ਇਕਾਗਰ ਕਰੀਏ।
ਰਸਨਾ ਦੀ ਪਵਿੱਤਰਤਾ ਦੇ ਲਈ, ਹਿਰਦੇ ਦੀ ਸ਼ੁੱਧੀ ਦੇ ਲਈ ਗੁਰਮੰਤਰ ਉਚਾਰਨ ਕਰੀਏ। ਸਤਨਾਮ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਜਦੋਂ ਪਟਨਾ ਸਾਹਿਬ ਤੋਂ ਚਾਲਾ ਮਾਰਿਆ ਹੈ, ਰਾਜਾ ਬਿਸ਼ਨ ਸਿੰਘ ਜੋ ਮਾਨ ਸਿੰਘ ਦਾ ਪੋਤਰਾ ਹੈ, ਉਹਨਾਂ ਦੇ ਨਾਲ ਇਤਿਹਾਸ ਦੇ ਅੰਦਰ ਬਚਨ ਨਾਮ ਬਿਸ਼ਨ ਸਿੰਘ ਵੀ ਆਇਆ ਹੈ, ਨਾਮ ਰਾਜਾ ਰਾਮ ਵੀ ਆਇਆ ਹੈ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਨਾਲ ਸਮੂਹ ਸਾਧ ਸੰਗਤ ਪਟਨਾ ਸਾਹਿਬ ਦੀ ਅਤੇ ਜੋ ਮਹਾਰਾਜ ਦੇ ਨਾਲ ਜੋਗੀ, ਜੰਗਮ, ਸਰੇਵੜੇ, ਬੈਰਾਗੀ, ਉਦਾਸੀ, ਹੋਰ ਅਨੇਕ ਮਤਾਂ ਦੇ ਸਿੱਖ ਗੁਰਦੇਵ ਦੇ ਨਾਲ ਅਸਾਮ ਦੀ ਧਰਤੀ ਦੇ ਨਾਲ ਪੂਰਬ ਦੇਸ਼ ਨੂੰ ਜਾਣ ਲਈ ਤਿਆਰ ਹੋਏ। ਦੋ ਮਨੋਰਥ ਸੀ ਗੁਰਦੇਵ ਦੇ ਮੁੱਖ ਕਰਕੇ। ਇੱਕ ਤੇ ਪਹਿਲਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੀਰਥਾਂ ਤੇ ਚਰਨ ਪਾ ਕੇ ਜੋ ਸ਼ਰਧਾਲੂ ਉੱਥੇ ਬੈਠੇ ਸੀ, ਗੁਰਦੇਵ ਨੂੰ ਲੰਬੇ ਸਮੇਂ ਤੋਂ ਉਡੀਕ ਰਹੇ ਸੀ, ਉਹਨਾਂ ਦੀ ਭਾਵਨਾ ਪੂਰੀ ਕਰਨ ਦੇ ਲਈ ਚਾਲਾ ਮਾਰਿਆ। ਦੂਸਰਾ ਜੋ ਰਾਜਾ ਜੈਪੁਰ ਵਾਲਾ ਰਾਜਾ ਹੈ, ਉਸ ਦੇ ਮੁਹਿੰਮ ਨੂੰ ਪੂਰਾ ਕਰਨ ਦੇ ਲਈ, ਜੋ ਕਿ ਅਸਾਮਪਤੀ ਰਾਜਾ ਸੀ, ਜਿਸ ਨੂੰ ਅਧੀਨ ਬਣਾਉਣ ਦੇ ਲਈ, ਉਹਨਾਂ ਦੀ ਆਪਸ ਦੀ ਸੰਧੀ ਦੇ ਲਈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅਸਾਮ ਵੱਲ ਨੂੰ ਚਾਲਾ ਮਾਰਿਆ। ਤੇ ਜਦੋਂ ਸਤਿਗੁਰੂ ਮਹਾਰਾਜ ਜਿੱਥੇ ਅੱਜ ਗੁਰਦੁਆਰਾ ਧੂਬੜੀ ਸਾਹਿਬ ਮੌਜੂਦ ਹੈ, ਉਸ ਤੋਂ ਕੁਝ ਕੁ ਪਹਿਲੇ ਸਤਿਗੁਰੂ ਮਹਾਰਾਜ ਜੀ ਨੇ ਡੇਰਾ ਲਗਾਇਆ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਮਹਾਰਾਜ ਨੇ ਡੇਰਾ ਲਗਾਇਆ ਤੇ ਸੱਚੇ ਪਾਤਸ਼ਾਹ ਮਹਾਰਾਜ ਦੇ ਆਉਣ ਦੀ ਖਬਰ ਅਤੇ ਰਾਜਾ ਜੈਪੁਰ ਵਾਲੇ ਦੇ ਆਉਣ ਦੀ ਖਬਰ ਕਾਮਰੂਪ ਦੇਸ਼ ਦੇ ਰਾਜੇ ਨੂੰ ਵੀ ਲੱਗੀ। ਕਾਮਰੂਪ ਦੇਸ਼ ਦੇ ਰਾਜੇ ਨੂੰ ਇਹ ਖਬਰ ਪਤਾ ਲੱਗੀ ਵੀ ਸਾਡੇ ਉੱਤੇ ਚੜ੍ਹਾਈ ਕਰਕੇ ਜੈਪੁਰ ਦਾ ਰਾਜਾ ਔਰੰਗਜ਼ੇਬ ਨੇ ਘੱਲਿਆ ਤੇ ਉਸ ਨੂੰ ਖਤਮ ਕਰਨ ਦੇ ਲਈ, ਪਹਿਲੇ ਇਹਦਾ ਦਾਦਾ ਵੀ ਕਦੀ ਆਇਆ ਸੀ ਮਾਨ ਸਿੰਘ ਸਾਡੇ ਕੋਲ, ਉਸ ਨੂੰ ਖਤਮ ਕਰਨ ਦੇ ਲਈ ਉੱਥੇ ਦੇ ਰਾਜੇ ਨੇ ਆਪਣੀ ਇੱਕ ਫੌਜ ਦੀ ਟੁਕੜੀ ਨੂੰ ਤਿਆਰ ਕੀਤਾ। ਰਾਜੇ ਨੇ ਸਭ ਤੋਂ ਪਹਿਲੇ ਮੰਤਰ ਤਿਆਰ ਕੀਤੇ ਵੀ ਜਿੱਥੇ ਉਹਨਾਂ ਨੇ ਸ਼ਿਵਰ ਤਿਆਰ ਕੀਤਾ ਹੈ ਉੱਤੇ ਬ੍ਰਹਮਪੁੱਤਰ ਨਦੀ ਵਗਦੀ ਹੈ ਤੇ ਅਸੀਂ ਆਪਣੀ ਫੌਜ ਦੀ ਟੁਕੜੀ ਭੇਜਣ ਨਾਲ ਖੂਨ ਖਰਾਬਾ ਹੋਵੇਗਾ, ਕਿਉਂ ਨਾ ਅਸੀਂ ਬ੍ਰਹਮਪੁੱਤਰ ਨਦੀ ਦਾ ਜੋ ਜਲ ਹੈ ਉਸ ਨੂੰ ਮੰਤਰਾਂ ਦੇ ਨਾਲ ਪ੍ਰੇਰਿਤ ਕਰਕੇ ਤਾਂ ਨੂੰ ਚੱਕ ਕੇ ਜਿੱਥੇ ਫੌਜ ਨੇ ਪੜਾਅ ਕੀਤਾ ਸਾਰੀ ਫੌਜ ਨੂੰ ਬਹਾ ਦਈਏ ਨਦੀ ਦੇ ਅੰਦਰ। ਇਹ ਭਾਵਨਾ ਲੈ ਕੇ ਕਾਮਰੂਪ ਦੇਸ਼ ਦੇ ਰਾਜੇ ਨੇ ਆਪਣੀ ਮੰਤਰਾਂ ਦੀ ਸ਼ਕਤੀ ਦੇ ਨਾਲ ਹਵਨ ਸਿੱਧ ਕਰਨਾ ਸ਼ੁਰੂ ਕਰ ਦਿੱਤਾ। ਉਧਰ 9ਵੇਂ ਪਾਤਸ਼ਾਹ ਅੰਮ੍ਰਿਤ ਵੇਲੇ ਚੌਂਕੜਾ ਮਾਰ ਕੇ ਅਕਾਲ ਪੁਰਖ ਵਾਹਿਗੁਰੂ ਦੇ ਦਰ ਦੇ ਉੱਤੇ ਆਪਣੇ ਨਿਜ ਸਰੂਪ ਦਾ ਧਿਆਨ ਧਰ ਕੇ ਸੱਚੇ ਪਾਤਸ਼ਾਹ ਮਹਾਰਾਜ ਭਗਤੀ 'ਚ ਲੀਨ ਸੀ। ਮਹਾਰਾਜ ਬੈਠੇ ਬੈਠੇ ਚੌਂਕੜੇ 'ਤੇ ਮੁਸਕਰਾਏ ਬਈ ਉਹ ਬ੍ਰਹਮਪੁੱਤਰ ਨਦੀ ਦਾ ਜਲ ਪ੍ਰੇਰਿਤ ਕਰਕੇ ਫੌਜਾਂ ਨੂੰ ਬਹਾਉਣ ਦੇ ਲਈ ਕਾਮਰੂਪ ਦੇਸ਼ ਦਾ ਰਾਜਾ ਇਸ ਪ੍ਰਕਾਰ ਜੈਪੁਰ ਰਾਜੇ ਦੀ ਸਾਰੀ ਫੌਜ ਨੂੰ ਬਹਾਉਣ ਲੱਗਾ। ਗੁਰਦੇਵ ਮਹਾਰਾਜ ਅੰਮ੍ਰਿਤ ਵੇਲੇ ਦੀਵਾਨ ਤੋਂ ਬਾਅਦ ਇੱਕ ਸਿੱਖ ਨੂੰ ਬੁਲਾਇਆ। 9ਵੇਂ ਪਾਤਸ਼ਾਹ ਨੇ ਸਿੱਖ ਨੂੰ ਕਿਹਾ ਜਾ ਕੇ ਰਾਜੇ ਨੂੰ ਬੁਲਾ ਕੇ ਲਾਓ ਜੈਪੁਰ ਵਾਲੇ ਨੂੰ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਕਹਿਣ ਦੇ ਉੱਤੇ ਜੈਪੁਰ ਦਾ ਰਾਜਾ ਗੁਰਦੇਵ ਦੇ ਸਾਹਮਣੇ ਘੋੜੇ ਤੋਂ ਉਤਰਿਆ, ਗੁਰਦੇਵ ਨੂੰ ਮੱਥਾ ਟੇਕਿਆ, ਮੂਹਰੇ ਬਹਿ ਗਿਆ। ਕਹਿੰਦਾ ਮਹਾਰਾਜ ਹੁਕਮ। ਮਹਾਰਾਜ ਕਹਿੰਦੇ ਆਪਣੀ ਜਿੰਨੀ ਫੌਜ ਹੈ ਸਣੇ ਤੂੰ ਤੇ ਸਣੇ ਸਾਡੇ ਸਿੱਖਾਂ ਦਾ ਡੇਰਾ, ਉਹ ਨਦੀ ਤੋਂ ਉੱਪਰਲੇ ਪਾਸੇ ਲਾ ਲੈਣਾ, ਨਦੀ ਤੋਂ ਥੱਲੇ ਨਹੀਂ ਲਾਉਣਾ। ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਦੇ ਉੱਤੇ ਪਹਿਲੇ ਹੀ ਰਾਜੇ ਨੂੰ ਬਹੁਤ ਸ਼ਰਧਾ ਸੀ। ਉਹਨੇ ਕਿਹਾ ਜੋ ਗੁਰਦੇਵ ਕਹਿ ਰਹੇ ਨੇ ਬਚਨਾਂ ਦੇ ਅੰਦਰ ਬਲ ਹੈ। ਮਹਾਰਾਜ ਕਿਸੇ ਕਾਰਨ ਕਰਕੇ ਗੁਰਦੇਵ ਇਹ ਬਚਨ ਕਰ ਰਹੇ ਨੇ। ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਬਚਨ ਨੂੰ ਸਤ ਬਚਨ ਕਹਿ ਕੇ ਰਾਜਾ ਉੱਧਰੋਂ ਗਿਆ ਤੇ ਆਪਣੀ ਸਾਰੀ ਫੌਜ ਨੂੰ ਐਲਾਨ ਕਰ ਦਿੱਤਾ ਬਈ ਅਸੀਂ ਡੇਰਾ ਨਦੀ ਦੇ ਥੱਲਵੇਂ ਪਾਸੇ ਨਹੀਂ, ਬ੍ਰਹਮਪੁੱਤਰ ਨਦੀ ਦੇ ਉਤਲੇ ਪਾਸੇ ਲਾਣਾ ਹੈ। ਸਾਰੀ ਫੌਜ ਜਿਹੜੀ ਆ ਕੇ ਸ਼ਿਵਰ ਕੀਤਾ ਹੀ ਸੀ, ਇੱਕ ਰਾਤ ਪਨਾਹ ਕੀਤਾ ਸੀ, ਇੱਕਦਮ ਰਾਜੇ ਦੀ ਗੱਲ ਮੰਨ ਕੇ ਤਿਆਰ ਹੋ ਗਈ। ਪਰ ਕੁਝ ਮੁਸਲਮਾਨ ਵੀ ਸੀਗੇ ਵਿੱਚ,
उन्होंने कारण पूछया। उन्होंने कहा भी 9वें पातशाह महाराज गुरु तेग बहादुर साहब ने कहा है बई जो शिविर है वह थल्लवें पासे नहीं लाउणा। वो मुसलमाना सिखां नूं गुरु ते शरधा नहीं सीगी, पर जिहड़े हिंदू विच फौज दे सीगे उन्होंने कहा भी जिवें गुरुदेव कह रहे हैं असीं तो उवें ही करांगे। उन्होंने रात पड़ा जे लाया ही सीगा, तंबू गंढे ही सीगे, सारे सने सारे तंबू पुट के जिन्ना समान गड़बैलों के द्वारा लद लिया। पर वो मुसलमान जिन्होंने शरधा नहीं सीगी उन्होंने शिविर नहीं चक्या तो वो उत्थे ही रहे। शाम पै गई तो बाकी सारिਆਂ ने पड़ा नदी के उतले पासे नूं कर लिया। तो जदों पड़ा उत्ते पहाड़ी के उत्ते थोड़ी जी उच्ची टिब्बी जी थां दे उत्ते कर लिया बाकी फौज ने, तो थल्ले वो मुसलमान रह गए। तो उदा ही होया रात दे वेले तकरीबन 8-9 जदों हनेरा पिया रात नूं, ते असाम का जो पति सीगा, असाम का कामरूप देश का राजा सी, उसने अपनी परेड़ियां जादूगरनियां नूं मंत्रां दे नाल जल नूं प्रेरित करके बहाव छड्डिया जल का, ते सारी फौज जिहड़ी नदी के तट के थल्ले सी बह गई। जदों बह के जाते ने तो आपस में एक दूजे नूं गाली गलोच करते हैं। तुरक कहते हैं भी असी तो कह रहे सीगे चल है, पर तेरा बचन मन के असी हुण अपना जीवन नष्ट कर बैठे हाँ, साडे परिवारां दा दिल्ली बैठियां दा की बनेगा, तेरे करके आपां जान गवा बैठे। कोई कहंदा गुरु की गल मन लैंदे चंगे सी, पर जिहड़े हिंदुआं ने ते कुछ मुसलमानां ने शरधा धारी सी गुरु दे उत्ते, उन्होंने अपनी जान बचाई ते गुरु का धन्नवाद किया। ते राजा बहुत हैरान होया जयपुर वाला। उन्हें कहा गुरुदेव ने मैनू कोई बचन नहीं किया, पर मैं गुरु के बचनों ते शरधा रखी, गुरु ने मेरी जान बचाई है। जे अज इन मंत्रां तो नदी के प्रभाव के जल तो मैनू गुरु तो इलावा कोई नहीं बचा सकता सी। आखना करो सतनाम। श्री गुरु तेग बहादुर साहब महाराज ते राजे की शरधा होर बज गई। तो उधरों दूजे पासे असाम पत का जो राजा सी वो बहुत हैरान होया बई जे गुरु की सारी फौज जिन्नी नाल आई है राजे जयपुर वाले दे, वो बहाई क्यों नहीं गई, नदी के उपर क्यों चले गए। जाके उन्होंने एक जसूसणी ने जादूगरनी ने गल दसी। उन्होंने कहा बई एक महापुरख भी उन्होंने नाल ने चिट्टे वस्त्र धारण करे ने, सिर ते कलगी लगाते ने, शस्त्रधारी ने, उन्होंने कोल घोड़ा भी है। वो एक समाधि के अंदर अडोल बैठते हैं, चेहरे के उत्ते बहुत तेज है गुरुदेव दे। कहते वो महापुरख जिहड़े नाल बैठे ने उन्होंने सारे ही मत्था टेकते हैं सवेरे शाम। तो उन्हों की गल जदों हुंदी है वो कुछ बोलते हैं, उहदी जादूगरनी का मतलब सी जदों गुरु जी कथा करते हैं या बाणी पढ़ते हैं तो सारे चौंकड़ा मार के सुनते हैं। वो कहता भी किहड़े महापुरख इन्हां दे नाल ने पता करो। वो कहता कोई गल नहीं है, तो अजे असी जल ही छड्डिया, हुण असी अपनी जादूगरनियां छड्डांगे, क्योंकि तुहानूं पता है बंगाल देश के अंदर काला जादू इल्म बहुत ज़्यादा प्रभावित है। श्री गुरु तेग बहादुर साहब महाराज दे कोल घल्लण दे लई धूबणियां, जिहड़ी धोबणा हुंदियां कपड़े धोण वाले दी घरवाली नूं धोबण कहंदे ने, चमियारनियां जिहड़े साफ सफाई करदियां उन्हां दे घरवालियां, ते तीसरे नंबर दे उत्ते जिहड़ी होर घर दे अंदर छोटे मोटे काम घर दे करदियां सी राजे दे, उन्हां सारिआं नूं इल्म आंदा सी, जादू आंदा सी। ते राजे ने सारिआं नूं इकट्ठियां नूं बुला लिया 30-35 जादूगरनियां नूं, ते कहा जाके जयपुर दे राजे दी सारी फौज नूं डराओ। ते फौज नूं डराउण तो बाद उन्हां नूं इन्ना भै भीत कर दिओ कि वो जुत्तियां छड्ड के असाम छड्ड के चले जाण। जदों इन्नी गल सुनी तो सारी जादूगरनियां ने अपने अपने वाहन तैयार कर लए। कोई तो झाड़ू ते चढ़ गई तो आसमान नूं उड्डण लग पई, कोई पूरी दी पूरी कंध दे उत्ते बह के आसमान नूं उड्डण लग पई, कंध दे नाल ही आसमान ते जांदी है। एक धोबण सीगी वो ना पेड़ ते चढ़ गई, ते कोई पत्थर ते बैठ गई, किसी ने अग दे गोले हत्थ च ले लए, किसी ने कोई जादू, किसी ने कोई जादू। वड्डे वड्डे वाल, अखां डरावणियां, लम्मे नोह, पैर भी बहुत डरावने, शक्लां भयानक बना बना के मूँह तो अग घेरदियां ने, कोई सप दे सप ही घेरदियां ने। जादूगरनियां सीधा असाम पत राजे की हवेली तो उड़ियां ते जिथे नदी के उतले पासे तट ते डेरा किया होया सी उस थां ते पहुँच गईयां।
ਤੇ ਸਾਰੀਆਂ ਗੋਲੇਕਾਰ 'ਚ ਘੁੰਮਦੀਆਂ ਨੇ ਨੌਵੇਂ ਪਾਤਸ਼ਾਹ ਤੇ ਇਹਦੇ ਉੱਤੇ ਤੇ ਰਾਜੇ ਦੀ ਫੌਜ ਦੇ ਉੱਤੇ, ਤੇ ਆ ਕੇ ਆਪਣੀ ਆਪਣੀ ਸ਼ਕਤੀ ਦੇ ਨਾਲ ਗੁਰੂ ਸਾਹਿਬ ਮਹਾਰਾਜ ਨੂੰ ਡਰਾਉਂਦੀਆਂ ਨੇ। ਗੁਰਦੇਵ ਮਹਾਰਾਜ ਉੱਥੇ ਅਡੋਲ ਆਸਨ ਤੇ ਬੈਠੇ ਰਹੇ। ਇੱਕ ਪਿੱਪਲ ਦਾ ਦਰਖਤ ਹੈ, ਉਹ ਧੂਬੜੀ ਸਾਹਿਬ ਅੱਜ ਵੀ ਮੌਜੂਦ ਹੈ ਸਥਾਨ ਤੇ ਜਿੱਥੇ ਨੌਵੇਂ ਪਾਤਸ਼ਾਹ ਬੈਠੇ ਸੀ। ਖਾਲਸਾ ਜੀ ਉਹ ਜਿਹੜਾ ਦਰਖਤ ਸੀਗਾ ਉਸ ਦਾ ਉੱਥੇ ਅੱਜ ਸਥਾਨ ਗੁਰਦੁਆਰਾ ਦਮਦਮਾ ਸਾਹਿਬ ਹੈ। ਉੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਆਏ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭਾਈ ਬਾਲੇ ਤੇ ਮਰਦਾਨੇ ਨਾਲ ਉਸ ਥਾਂ ਤੇ ਕੀਰਤਨ ਕੀਤਾ। ਉਹ ਗੁਰਦੁਆਰਾ ਪਾਤਸ਼ਾਹੀ ਪਹਿਲੀ ਤੇ ਨੌਵੀਂ ਹੈ, ਗੁਰਦੁਆਰਾ ਧੂਬੜੀ ਸਾਹਿਬ ਦਮਦਮਾ ਸਾਹਿਬ। ਉੱਥੇ ਨੌਵੇਂ ਪਾਤਸ਼ਾਹ ਬੈਠੇ ਸੀ ਤੇ ਇੱਕ ਜਾਦੂਗਰਨੀ ਨੇ ਜੋ ਪੱਥਰ ਤੇ ਬੈਠੀ ਸੀ, ਬੜੇ ਵੱਡੇ 70 ਫੁੱਟ ਲੰਬਾ ਪੱਥਰ ਹੈ, ਅੱਜ ਵੀ ਮੌਜੂਦ ਹੈ, ਤੁਸੀਂ ਦਰਸ਼ਨ ਕਰ ਸਕਦੇ ਹੋ। ਉਹ ਪੱਥਰ ਨੂੰ ਪ੍ਰੇਰਿਤ ਕੀਤਾ ਆਪਣੇ ਥੱਲਿਓਂ ਖਿਸਕਾ ਕੇ, ਜਿਵੇਂ ਘੋੜੇ ਦੀ ਰਫ਼ਤਾਰ ਦੇ ਨਾਲ, ਬਿਜਲੀ ਦੀ ਰਫ਼ਤਾਰ ਦੇ ਨਾਲ ਉਹ ਪੱਥਰ ਗੁਰਦੇਵ ਮਹਾਰਾਜ ਨੂੰ ਮਾਰਨ ਦੇ ਲਈ ਸਿੱਧਾ ਭੇਜ ਦਿੱਤਾ। ਜਦੋਂ ਨੌਵੇਂ ਪਾਤਸ਼ਾਹ ਮਹਾਰਾਜ ਦੇ ਉੱਤੇ ਉਹ ਪੱਥਰ ਆਣ ਲੱਗਾ, ਗੁਰਦੇਵ ਮਹਾਰਾਜ ਅਡੋਲ ਇੱਕ ਆਸਨ ਤੇ ਬੈਠੇ ਨੇ, ਸਾਰੀ ਜਾਦੂਗਰਨੀਆਂ ਦੇਖ ਰਹੀਆਂ। ਸਾਰੀ ਰਾਜੇ ਦੀ ਫੌਜ ਤਾਂ ਡਰ ਗਈ ਵੀ ਅਸੀਂ ਕਿੱਥੇ ਭਾਲਾਂ ਨਾਲ ਕਿ ਤੀਰਾਂ ਨਾਲ ਕਿਤੇ ਲੜਨਾ ਸੀ, ਉਹ ਤਾਂ ਉੱਤੇ ਹਵਾ ਦੇ ਅੰਦਰ ਸੱਪ ਪਈਆਂ ਸੁੱਟਦੀਆਂ, ਅੱਗ ਸੁੱਟਦੀਆਂ, ਸਾਡੇ ਸ਼ਸਤਰ ਕੀ ਕੰਮ ਆਉਣਗੇ। ਤੇ ਗੁਰਦੇਵ ਮਹਾਰਾਜ ਅਡੋਲ ਬੈਠੇ ਰਹੇ। ਉਹ ਪੱਥਰ ਦੀ ਸਿਲ ਗੁਰਦੇਵ ਵੱਲ ਆਈ। ਸੱਚੇ ਪਾਤਸ਼ਾਹ ਨੌਵੇਂ ਗੁਰਦੇਵ ਆਪਣੀ ਜਗ੍ਹਾ ਤੋਂ ਨਹੀਂ ਹਿੱਲੇ ਤੇ ਨੌਵੇਂ ਪਾਤਸ਼ਾਹ ਉਸੇ ਸਥਾਨ ਤੇ ਬੈਠੇ ਰਹੇ। ਸਤਿਗੁਰਾਂ ਨੇ ਅੰਮ੍ਰਿਤ ਦ੍ਰਿਸ਼ਟ ਉਹ ਪੱਥਰ ਵੱਲ ਦੇਖੀ ਤੇ ਉਹ ਪੱਥਰ ਗੁਰਦੇਵ ਦੇ ਕੋਲੋਂ ਨਿਕਲ ਕੇ ਧਰਤੀ ਦੇ ਅੰਦਰ ਅੱਧਾ ਧੱਸ ਗਿਆ। ਅੱਜ ਵੀ ਤੁਸੀਂ ਧੂਬੜੀ ਸਾਹਿਬ ਦਰਸ਼ਨ ਕਰੋਗੇ ਤੇ ਉਹ 70 ਫੁੱਟ ਲੰਬੀ ਜੋ ਸਿੱਲ ਹੈ ਉਸ 'ਚੋਂ ਤਕਰੀਬਨ 1/3 ਹਿੱਸਾ ਉਹ ਸਿੱਲ ਦਾ ਬਾਹਰ ਨੂੰ ਹੈ। ਤੇ ਉਹ ਜਦੋਂ ਤੁਸੀਂ ਦੇਖੋਗੇ ਨਾ, ਉਹ ਸਿੱਲ ਸਿੱਧੀ ਨਹੀਂ ਲੱਗੀ ਹੋਈ, ਉਹ ਟੇਢੀ ਆਈ ਹੈ ਵੀ ਕਿਸੇ ਨੇ ਗੁਰਦੇਵ ਨੂੰ ਮਾਰਨ ਲਈ ਜਿਵੇਂ ਛੱਡੀ ਹੋਵੇ, ਤੁਹਾਨੂੰ ਪਤਾ ਲੱਗ ਜਾਏਗਾ ਦੇਖਦੇ ਹੀ। ਤੇ ਗੁਰਦੇਵ ਮਹਾਰਾਜ ਜਿਸ ਪੇੜ ਤੇ ਬੈਠੇ ਸੀ, ਗੁਰਦੇਵ ਨੇ ਉਹ ਜਿਹੜੀ ਧੋਬਣ ਸੀਗੀ ਉਹ ਗੁਰਦੇਵ ਮਹਾਰਾਜ ਵੱਲ ਅੱਗੇ ਨੂੰ ਵਧੀ। ਜਿਹੜੇ ਪੇੜ ਤੇ ਗੁਰਦੇਵ ਬੈਠੇ ਸੀ, ਪੇੜ ਦੇ ਥੱਲੇ ਜਿੱਥੇ ਗੁਰੂ ਨਾਨਕ ਸਾਹਿਬ ਦਾ ਸਥਾਨ ਸੀ ਦਮਦਮਾ ਸਾਹਿਬ, ਉਹ ਆਪਣੇ ਦੋਨੋਂ ਹੱਥਾਂ ਦੇ ਨਾਲ ਅਗਨੀ ਦੇ ਨਾਲ ਉਹ ਪੇੜ ਨੂੰ ਬਾਹਰ ਕੱਢਣਾ ਚਾਹੁੰਦੀ ਹੈ। ਬਈ ਗੁਰਦੇਵ ਨੂੰ ਸਣੇ ਪੇੜ ਹੀ ਮੈਂ ਆਸਮਾਨ ਚੁੜਾ ਕੇ ਲੈ ਜਾਵਾਂਗੀ। ਗੁਰਦੇਵ ਮਹਾਰਾਜ ਅਡੋਲ ਆਸਨ ਤੇ ਬੈਠੇ ਨੇ ਤੇ ਪੇੜ ਉੱਠੇ ਨੂੰ ਜੜ੍ਹਾਂ ਸਣੇ ਉੱਠਣ ਲੱਗ ਜਾਂਦਾ। ਸੱਚੇ ਪਾਤਸ਼ਾਹ ਦੋਨੋਂ ਹੱਥ ਆਪਣੇ ਗੋਡੇ ਤੋਂ ਚੱਕ ਕੇ ਤੇ ਉਹ ਜਿੱਥੇ ਪੇੜ ਮਿੱਟੀ 'ਚ ਲੱਗਿਆ ਸੀ ਜੜ੍ਹ ਵਾਲੀ ਥਾਂ ਦੇ ਉੱਤੇ ਰੱਖ ਦਿੰਦੇ ਨੇ। 32 ਫੁੱਟ ਪੇੜ ਬਾਹਰ ਆ ਗਿਆ ਸੀਗਾ ਜੜ੍ਹਾਂ ਸਣੇ, ਉੱਥੇ ਹੀ ਰੁਕ ਗਿਆ। ਅੱਜ ਵੀ ਉਹ 32 ਫੁੱਟ ਬਾਹਰ ਹੀ ਆਖਣਾ ਕਰੋ ਸਤਨਾਮ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਉਹ ਜਿਹੜੀ ਧੋਬਣ ਸੀ ਜਿਹਨੇ ਪੇੜ ਮਹਾਰਾਜ ਦਾ ਬਾਹਰ ਕੱਢ ਲਿਆ ਸੀ ਸਣੇ ਜੜ੍ਹਾਂ, ਉਹ ਅੱਜ ਵੀ ਜੜੇ ਸਣਾ ਹੀ ਪੇੜ ਬਾਹਰ ਹੈ। ਤੇ ਨੌਵੇਂ ਪਾਤਸ਼ਾਹ ਮਹਾਰਾਜ ਨੇ ਉਹ ਧੋਬਣ ਨੂੰ ਹੱਥ ਦੇ ਨਾਲ, ਖੱਬੇ ਹੱਥ ਨਾਲ ਇਸ਼ਾਰਾ ਕੀਤਾ ਤੇ ਉਹ ਆਪਣੇ ਜੋ ਕੰਧ ਤੇ ਚੜੀ ਸੀਗੀ ਉੱਥੋਂ ਹੀ ਡਿੱਗ ਕੇ ਥੱਲੇ ਨੌਵੇਂ ਪਾਤਸ਼ਾਹ ਵੱਲ ਗਿਰ ਗਈ। ਸਾਰੀ ਜਾਦੂਗਰਨੀਆਂ ਦੀ ਸਰਦਾਰ ਸੀ, ਸਭ ਨੂੰ ਲੈ ਕੇ ਆਈ ਸੀ ਮੋਹਰੀ ਬਣਾ ਕੇ, ਤੇ ਸਾਰਿਆਂ ਨੇ ਦੇਖਿਆ ਵੀ ਸਾਡੀ ਸਰਦਾਰਨੀ ਜਥੇਦਾਰ ਨਹੀਂ ਢਾਹ ਲਈ ਤੇ ਹੁਣ ਸਾਡੀ ਕੀ ਪੈਂਠ ਚੱਲੇਗੀ। ਉਹ ਮਹਾਰਾਜ ਵੱਲ ਆਪਣੀ ਸ਼ਕਤੀ ਵਧਾਉਂਦੀ ਹੈ ਪਰ ਸਰੀਰ ਬੇਬਲ ਹੋ ਕੇ ਗਿਰ ਗਿਆ। ਜਿਵੇਂ ਕਿਸੇ ਵਿਅਕਤੀ ਦੇ ਅੰਦਰੋਂ ਅਸੀਂ ਬਿਮਾਰੀ ਦੇ ਅੰਦਰ 104 ਬੁਖਾਰ ਹੋਵੇ, ਪਾਣੀ ਦਾ ਗਲਾਸ ਵੀ ਕੋਲ ਪਿਆ ਹੋਵੇ, ਚੱਕਣ ਦਾ ਜੀ ਨਹੀਂ ਕਰਦਾ, ਆਵਾਜ਼ ਲਗਾਉਂਦਾ ਭਾਈ ਮੈਨੂੰ ਪਾਣੀ ਫੜਾ ਦਿਓ। ਗੁਰਦੇਵ ਨੇ ਉਹਦੀ ਸਾਰੀ ਸ਼ਕਤੀ ਜਦੋਂ ਖਿੱਚ ਲਈ ਤੇ ਬਹੁਤ ਡਰ ਗਈ ਧੋਬਣ। ਉਹਨੇ ਕਿਹਾ ਵੀ ਇਹ ਤੇ ਕੋਈ ਪੂਰਨ ਮਹਾਂਪੁਰਖ ਨੇ ਜਿਨ੍ਹਾਂ ਨੇ ਮੇਰੀ ਸ਼ਕਤੀ ਸਾਰੀ ਨੂੰ ਖਿੱਚ ਲਿਆ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਇਹ ਕੌਤਕ ਬਾਕੀ ਸਾਰੀ ਉੱਤੇ ਉੜਦੀਆਂ 30-35 ਜਾਦੂਗਰਨੀਆਂ ਦੇਖਦੀਆਂ ਨੇ ਤੇ ਉਧਰੋਂ ਹੀ ਵਾਪਸ ਹੋ ਜਾਂਦੀਆਂ ਨੇ ਰਾਜੇ ਅਸਾਮਪਤ ਵੱਲ, ਤੇ ਜਾ ਕੇ ਸਾਰੀ ਵਾਰਤਾ ਦੱਸਦੀਆਂ ਕਿ ਰਾਜਾ ਰਾਮ ਜੀ, ਉਹਦਾ ਵੀ ਨਾਮ ਰਾਜਾ ਰਾਮ ਹੈ ਤੇ ਜੋ ਆਇਆ ਦਾ ਵੀ ਨਾਮ ਰਾਜਾ ਰਾਮ ਹੈ। ਇਹਨਾਂ ਦੋਨਾਂ ਦੀ ਮਹਾਰਾਜ ਸੰਧੀ ਕਰਾ ਰਹੇ ਨੇ ਨੌਵੇਂ ਪਾਤਸ਼ਾਹ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਬਾਰੇ ਦੱਸਦੇ ਨੇ, ਕਹਿੰਦੇ ਇੱਕ ਮਹਾਂਪੁਰਖ ਨੇ ਉੱਤੇ ਚਿੱਟਾ ਚੋੜਾ ਧਾਰਨ ਕੀਤਾ ਹੈ, ਬੜਾ ਤਜਸਵੀ ਮੁਖ ਹੈ ਉਹਨਾਂ ਦਾ। ਉਹ ਗੁਰਦੇਵ ਨੇ ਸਾਡੀ ਜੋ ਸਭ ਤੋਂ ਮੁਖੀ ਧੋਬਣ ਜਾਦੂਗਰਨੀ, ਜਿਹਦੇ ਕੋਲ ਸਭ ਤੋਂ ਜ਼ਿਆਦਾ ਜਾਦੂ ਹੈ, ਉਹਨੂੰ ਬਹਾ ਲਿਆ ਕੋਲ, ਉਹਦੀ ਸਾਰੀ ਸ਼ਕਤੀ ਖੋਹ ਲਈ ਹੈ। ਅੱਗੋਂ ਰਾਜਾ ਕਹਿੰਦਾ ਵੀ ਤੁਸੀਂ ਆਪਣੀ ਸ਼ਕਤੀ ਦਿਖਾਣੀ ਸੀ, ਅੱਗ ਸੁੱਟਣੀ ਸੀ। ਉਹ ਕਹਿੰਦੇ ਅੱਗ ਉਹਨਾਂ ਦੇ ਕੋਲ ਆ ਕੇ ਬਰਫ਼ ਹੋ ਗਈ।
ਤੇ ਅਸੀਂ ਜੋ ਪੱਥਰ ਦੀ ਸਿੱਲਾਂ ਸੁੱਟੀਆਂ ਸੀਗੀਆਂ ਉਹ ਗੁਰਦੇਵ ਨੇ ਉੱਥੇ ਹੀ ਧਸਾ ਦਿੱਤੀਆਂ। ਉਹਨੇ ਕਿਹਾ ਗੁਰਦੇਵ ਨੂੰ ਤੁਸੀਂ ਉਧਰੋਂ ਚੱਕ ਕੇ ਮੇਰੇ ਕੋਲ ਲਿਆਣਾ ਸੀ। ਉਹ ਕਹਿੰਦੇ ਅਸੀਂ ਤਾਂ ਗੁਰਦੇਵ ਨੂੰ ਸਣੇ ਪੇੜ ਹੀ ਪਿੱਪਲ ਦਾ ਦਰਖਤ ਲਿਆ ਰਹੇ ਸੀ, ਪਰ ਗੁਰਦੇਵ ਨੇ ਉਹ ਪਿੱਪਲ ਦੇ ਪੇੜ ਨੂੰ ਉੱਥੇ ਹੀ ਜੜ ਕਰ ਦਿੱਤਾ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਜਦੋਂ ਸਾਰੀ ਸ਼ਕਤੀ ਸੁਣੀ ਤੇ ਅਸਾਮ ਦੇ ਰਾਜੇ ਨੇ ਸੋਚਿਆ ਬਈ ਐਦਾਂ ਤਾਂ ਗੱਲ ਨਹੀਂ ਬਣਨੀ, ਹੁਣ ਮੈਨੂੰ ਕਾਮੱਖਿਆ ਦੇਵੀ ਨੂੰ ਆਪ ਬੁਲਾਉਣਾ ਪਵੇਗਾ ਧਰਤੀ ਤੇ ਕਾਮੱਖਿਆ ਦੇਵੀ ਦੀ ਪੂਜਾ ਦੇ ਲਈ ਹਵਨ ਸਮੱਗਰੀ ਮੰਗਾਉਂਦਾ ਹੈ। ਦੇਸੀ ਘਿਓ, ਕੇਸਰ, ਹੋਰ ਹਵਨ ਦੀ ਬੇਅੰਤ ਸਮੱਗਰੀ ਮੰਗਾ ਕੇ ਅੰਮ੍ਰਿਤ ਵੇਲੇ 2-2:30 ਵਜੇ ਹਵਨ ਤਿਆਰ ਕਰਨ ਲਈ ਸਾਰੇ ਪੰਡਤ ਬੁਲਾ ਲੈਂਦਾ। ਸਾਰੇ ਪੰਡਤ ਹੋਰ ਮੰਤਰ ਕਰਨ ਵਾਲੇ ਜਿੰਨੀ ਸੈਨਾ ਸੀਗੀ, ਜਿੰਨੀ ਉੱਥੇ ਦੀ ਪ੍ਰਜਾ ਸੀ, ਸਾਰੇ ਆ ਜਾਂਦੇ ਨੇ। ਹਵਨ ਅੰਮ੍ਰਿਤ ਵੇਲੇ ਸ਼ੁਰੂ ਹੁੰਦਾ ਹੈ ਤੇ ਭਵਿੱਖਬਾਣੀ ਹੁੰਦੀ ਹੈ ਇੱਕ ਰਾਜੇ ਦੇ ਦਰਬਾਰ ਦੇ ਅੰਦਰ ਜਿੱਥੇ ਹਵਨ ਹੋ ਰਿਹਾ ਹੁੰਦਾ। ਕਹਿੰਦੇ ਗੁਰੂ ਨਾਨਕ ਦੀ ਗੱਦੀ ਦੇ 9ਵੇਂ ਵਾਰਸ, ਧਰਤੀ ਤੇ ਸਭ ਤੋਂ ਵੱਡੇ ਮਹਾਂਪੁਰਖ ਅਕਾਲ ਪੁਰਖ ਵਾਹਿਗੁਰੂ ਆਪ ਅਵਤਾਰ ਧਾਰ ਕੇ ਤੇਰੇ ਅਸਾਮ ਦੇ ਨਗਰ ਦੇ ਅੰਦਰ ਆਏ ਨੇ ਤੇ ਤੂੰ ਉਹਨਾਂ ਨੂੰ ਜਿੱਤ ਕੇ ਕਦੀ ਨਹੀਂ ਲੈ ਕੇ ਜਾ ਸਕਦਾ ਤੇ ਤੂੰ ਕਦੇ ਨਾ ਸੋਚੀ ਕਿ ਤੂੰ ਉਹਨਾਂ ਨੂੰ ਹਰਾ ਦੇਵੇਂਗਾ। 9ਵੇਂ ਪਾਤਸ਼ਾਹ ਨੂੰ ਧਰਤੀ ਦੇ ਉੱਤੇ ਕੋਈ ਨਹੀਂ ਹਰਾ ਸਕਦਾ। ਬੋਲੇ ਸੋ ਨਿਹਾਲ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਬਾਰੇ ਜਦੋਂ ਬਾਣੀ ਹੋਈ, ਸਾਰੀ ਜਿੰਨੀ ਪ੍ਰਜਾ, ਸੈਨਾ ਤੇ ਹੋਰ ਜਿੰਨੇ ਬੰਦੇ ਸੀ ਬੈਠੇ ਬਹੁਤ ਭੈ ਭੀਤ ਹੋਏ ਬਈ ਜੇ ਇਹਨਾਂ ਨੂੰ ਅਸੀਂ ਜਿੱਤ ਹੀ ਨਹੀਂ ਸਕਦੇ ਫਿਰ ਤਾਂ ਸਾਡੇ ਹੱਥੋਂ ਰਾਜ ਗਿਆ, ਸਾਨੂੰ ਅਸਾਮ ਦੇਸ਼ ਖਾਲੀ ਕਰਨਾ ਪਵੇਗਾ। ਪਰ ਭਵਿੱਖਬਾਣੀ ਹੋਈ ਉਹ ਤੁਹਾਨੂੰ ਜਿੱਤਣ ਦੇ ਲਈ ਨਹੀਂ ਆਏ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਧਰਤੀ ਦੇ ਉੱਤੇ ਤੇਰੀ ਰਾਜੇ, ਅਸਾਮ ਦੇ ਰਾਜੇ ਤੇ ਜੈਪੁਰ ਦੇ ਰਾਜੇ ਦੀ ਆਪਸ ਵਿੱਚ ਸੰਧੀ ਕਰਾਉਣ ਆਏ ਨੇ। ਉਹਨਾਂ ਦਾ ਕੰਮ ਧਰਤੀ ਦੇ ਉੱਤੇ ਪ੍ਰਚਾਰ ਤੇ ਪ੍ਰਸਾਰ ਦਾ ਹੈ, ਧਰਤੀ ਦੇ ਉੱਤੇ ਵੈਰ ਵਿਰੋਧ ਫੈਲਾਉਣ ਦਾ ਨਹੀਂ। ਖਾਲਸਾ ਜੀ ਜਿਹੜੇ ਗੁਰੂ ਘਰ ਬਣੇ ਨੇ ਉਹ ਵੀ ਪ੍ਰਚਾਰ ਤੇ ਪ੍ਰਸਾਰ ਦੇ ਲਈ ਨੇ। ਗੁਰੂ ਘਰ ਦੇ ਅੰਦਰ ਪ੍ਰੀਤ ਤੇ ਪ੍ਰੇਮ ਵਧਾਉਣ ਦੇ ਲਈ ਨੇ, ਪ੍ਰੇਮ ਨੂੰ ਤੋੜਨ ਦੇ ਲਈ, ਈਰਖਾ ਸਿਖਾਉਣ ਦੇ ਲਈ ਨਹੀਂ ਬਣੇ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਬਾਰੇ ਇਹ ਬਚਨ ਸੁਣੇ ਤੇ ਰਾਜਾ ਨੇ ਜੰਗ ਦੀ ਵਿਚਾਰ ਛੱਡ ਦਿੱਤੀ ਤੇ ਸਾਰੀ ਆਪਣੀ ਫੌਜ ਨੂੰ ਕਹਿ ਦਿੱਤਾ ਬਈ ਅਸੀਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਨਾਲ ਸੰਧੀ ਦਾ ਨਿਯੋਤਾ ਲੈ ਕੇ ਆਪ ਜਾਵਾਂਗੇ। ਪਰ ਕਿਤੇ ਨਾ ਕਿਤੇ ਰਾਜਿਆਂ ਦੇ ਮਨ ਦੇ ਅੰਦਰ ਹਉਮੈ ਹੁੰਦੀ ਹੈ ਤੇ ਰਾਤ ਨੂੰ ਜਦੋਂ ਸੌਣ ਲੱਗਾ ਤੇ ਸੌਣ ਦੇ ਵੇਲੇ ਆਪਣੀ ਰਾਣੀ ਨੂੰ ਕਹਿੰਦਾ ਵੀ ਮੈਂ ਜੈਪੁਰ ਦੇ ਰਾਜੇ ਨੂੰ ਜੰਗ ਕਰੇ ਬਿਨਾਂ ਖਾਲੀ ਨਹੀਂ ਜਾਣ ਦੇ ਸਕਦਾ, ਤੂੰ ਨਗਾਰਾ ਵਜਵਾ ਦੇ, ਅਸੀਂ ਅੰਮ੍ਰਿਤ ਵੇਲੇ ਚੜ੍ਹਾਈ ਕਰਾਂਗੇ ਫੌਜਾਂ ਲੈ ਕੇ, ਦੇਖੀ ਜਾਏਗੀ ਆ ਰਿਆਂ ਪਾਰ। ਤੇ ਰਾਤ ਨੂੰ ਇਹ ਗੱਲ ਸੋਚ ਕੇ ਆਪਣੇ ਸਰਾਣੇ ਦੇ ਕੋਲ ਕਿਰਪਾਨ ਰੱਖ ਕੇ ਚੋਲਾ ਲਾ ਕੇ ਸੌਂਦਾ ਹੈ ਤੇ ਰਾਤ ਉਹਦੀ ਘਰਵਾਲੀ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਰਾਜੇ ਦੇ ਲਈ ਜੰਗ ਵਾਲਾ ਥਾਲ ਲੈ ਕੇ ਕਾਮੱਖਿਆ ਦੇਵੀ ਦੇ ਮੰਦਿਰ ਦੇ ਅੰਦਰ ਪਹੁੰਚਦੀ ਹੈ ਤੇ ਉੱਥੇ ਭਵਿੱਖਬਾਣੀ ਹੁੰਦੀ ਹੈ। ਕਹਿੰਦੇ ਰਾਜੇ ਨੂੰ ਇਹ ਗੱਲ ਕਹਿ ਦਵੀਂ ਜੇ ਉਹਨੇ ਜੰਗ ਦੇ ਲਈ ਇੱਕ ਕਦਮ ਵੀ ਪੁੱਟਿਆ ਤੇ ਇਹ ਸਾਰੀ ਧਰਤੀ ਗਰਕ ਹੋ ਜਾਵੇਗੀ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਧਰਤੀ ਦੇ ਉੱਤੇ ਜਿੱਤਣ ਵਾਲਾ ਕੋਈ ਸੂਰਬੀਰ ਯੋਧਾ ਨਹੀਂ ਪੈਦਾ ਹੋਇਆ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੋਂ ਵੱਡਾ ਕੋਈ ਧਰਤੀ ਤੇ ਤਪਸਵੀ ਨਹੀਂ ਹੋਇਆ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਜੋ ਅਧਿਆਤਮਕ ਬਲ ਹੈ, ਜਿਸ ਦੇ ਕਰਕੇ ਸਾਰੀ ਧਰਤੀ ਉਹਨਾਂ ਨੂੰ ਝੁਕਦੀ ਹੈ, ਉਹ ਅਧਿਆਤਮਕ ਬਲ 9ਵੇਂ ਪਾਤਸ਼ਾਹ ਤੋਂ ਵੱਧ ਪੂਰੇ ਬ੍ਰਹਮੰਡ ਵਿੱਚ ਕਿਸੇ ਕੋਲ ਨਹੀਂ ਹੈ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਪ੍ਰਸ਼ੰਸਾ ਸੁਣ ਕੇ ਰਾਣੀ ਨੇ ਰਾਜੇ ਨੂੰ ਕਿਹਾ ਭੁੱਲ ਨਾ ਕਰ, ਦੂਜੀ ਵਾਰ ਭਵਿੱਖਬਾਣੀ ਹੋਈ ਹੈ, ਨਾ ਹੋਵੇ ਅਸੀਂ ਆਪਣਾ ਇਹ ਵਾਲੀ ਨਸਲ ਤਾਂ ਗਵਾ ਲਈਏ, ਆਉਣੇ ਵਾਲੀ ਪੀੜ੍ਹੀਆਂ ਵੀ ਸਾਡੀ ਖਤਮ ਹੋ ਜਾਣ। ਰਾਜੇ ਨੇ ਕਿਹਾ ਅਸੀਂ ਗੁਰਦੇਵ ਵੱਲ ਸੰਧੀ ਦਾ ਵਿਚਾਰ ਲੈ ਕੇ ਜਾਵਾਂਗੇ। ਸੋ ਇੱਥੇ ਤੱਕ ਦਾ ਇਤਿਹਾਸ ਜੋ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕੋਲ ਹੁਣ ਰਾਜਾ ਅਸਾਮਪਤ ਦਾ ਮਹਾਰਾਜ ਦੇ ਲਈ ਸੋਨੇ ਦੇ ਥਾਲ ਦੇ ਅੰਦਰ ਸੁੰਦਰ ਸੁੰਦਰ ਭੇਟਾਵਾਂ ਲੈ ਕੇ, ਵਸਤਰ ਲੈ ਕੇ ਗੁਰਦੇਵ ਦੇ ਲਈ ਸ਼੍ਰੀ ਧੂਬੜੀ ਸਾਹਿਬ ਜਿੱਥੇ ਮਹਾਰਾਜ ਨੇ ਪੜਾਅ ਕੀਤਾ ਪਹੁੰਚੇਗਾ। ਉਹ ਇਤਿਹਾਸ ਅਸੀਂ ਕੱਲ੍ਹ ਸਰਵਣ ਕਰਾਂਗੇ। ਖਾਲਸਾ ਜੀ, ਇਹ ਧੂਬੜੀ ਸਾਹਿਬ ਉਹੀ ਪਾਵਨ ਪਵਿੱਤਰ ਧਰਤੀ ਹੈ ਜਿੱਥੇ 9ਵੇਂ ਪਾਤਸ਼ਾਹ ਨੂੰ ਪਹਿਲੀ ਵਾਰੀ ਸੰਦੇਸ਼ ਮਿਲਣਾ ਹੈ ਕਿ ਤੁਹਾਡੇ ਘਰ 27 ਸਾਲ ਬਾਅਦ ਮਹਾਪ੍ਰਤਾਪੀ ਵੱਡ ਯੋਧਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਟਨਾ ਸਾਹਿਬ ਦੀ ਧਰਤੀ ਤੇ ਅਵਤਾਰ ਹੋ ਗਿਆ ਹੈ।
श्री गुरु तेग बहादुर साहब नूं इस गल का पता पहली बारी धूबड़ी साहब दिता सी सिख ने। महाराज ने अपने गल चों 9 लखा हार ला के वो सिख की झोली च पाया सी बई अज साडे घर परमेश्वर का अवतार होया है। वो कथा भी हुण अगे आनी है, अगले प्रसंग श्रवण करांगे। आओ कुछ कु मिनटां लई श्री गुरु तेग बहादुर साहब महाराज की पावन पवित्र बाणी जो अज जैतसरी राग विच पहुँच गई है। जैतसरी राग के सतगुरां दे 3 शब्द ने, धनासरी राग के कल 4 शब्द संपूर्ण होए ने। आओ हुण जैतसरी राग की बाणी सरवण करिए। जैतसरी महला नौवां। एक ओंकार सतगुर प्रसाद। सच्चे पातशाह महाराज जैतसरी राग के अंदर 3 पावन पवित्र शब्द उच्चारण किए ने जो आदि श्री गुरु ग्रंथ साहिब 702 अंग ते 703 अंग ते सुशोभित ने। श्री गुरु तेग बहादुर साहब महाराज कहते वो एक परमात्मा है, ओंकार सारियां नूं प्रकाश देने वाला है। वह स्वयं को भी जानता है और जो अन्य व्यक्ति है, दूसरा व्यक्ति है, उसको भी जानता है। जिवें हुण साडे अंदर ते परमेश्वर च की फर्क है, सानू तो अजे अपने आप का ही नहीं पता मैं कौन हाँ। बंदा कहता भी मेरा नाम तो सज्जन सिंह है, गज्जन सिंह है, वो ना तो तेरे इत्थे ही पे ने, तेरा मूल स्वरूप तो कुछ होर है। बंदे नूं वही नहीं पता मैं कौन हाँ। पर परमेश्वर की है जिसनों यह भी पता है कि तू कौन है, तेरे पिछले जन्म की ने, आने वाले जन्म की ने, ते मैं कौन हाँ, मैं कित्थों आया ते मैं कित्थे जाना है। यह फर्क है साडे अंदर। इस करके परमात्मा नूं ओंकार कहा जाता है जो सारियां नूं प्रकाश देने वाला है ते स्वयं प्रकाशमान है। सच्चे सतगुरां की कृपा के द्वारा उन्हां दी प्राप्ति हुंदी है। भूलियो मन माया उलझायो। गुरुदेव महाराज 9वें पातशाह ने जो यह शब्द उच्चारण किए ने, यह श्री पटना साहिब की धरती के सिखां का शंका दूर किया है। तुसी यह जिहड़े बचन आ रहे ने, जिहड़े बच्चे भी कथा सुनते हैं, उन्होंने जिहड़े क्वेश्चन पूछने ने वो नोट कर लैन बई जैतसरी राग की बाणी 9वें पातशाह ने पटना साहब उच्चारण की है। क्योंकि इस दे अंदर अगे जो शब्द आने ने, हर जू राख लेहो पत मेरी, जो जू शब्द है ना, जिवें आपां जी बोलते हैं पंजाब विच, जू जिहड़ा शब्द हुंदा है वो पटना साहिब वाल बोलिया जाता है। तो यह गल मन्नी भी गई है। 10वें पातशाह ने भी चौपाई साहब विच लिखिया कि जू शब्द का इस्तेमाल किया है। सो वो जू शब्द पटना साहब की बोली है। सो यह शब्द पटना साहब महाराज ने उच्चारण किए ने। महाराज कहते भूलियो मन माया उरझायो। हे मेरे भुले मना तू माया के अंदर उरझिया पिया। माया की है? जगत असत है तो उस दे अंदर भुलिया बैठा है अपने आप नूं बई मैं परमेश्वर की अंश हाँ, राम की अंश हाँ। नाम जपना भुली बैठा है ते झूठियां वस्तुआं दे नाल हेत लाई बैठा है। जो जो कर्म कियो लालच लग तह तह आप बंधायो। जेड़ा भी गुरुदेव कहंदे तू कर्म लालच दे लग के कीता है, चाहे धन कमाया है, पराए रूप वाल देखिया है, पराए धन वाल देखिया है, उस लालच दे करके तू होर बंधना दे अंदर फस रहा है। जिवें एक उदाहरण दे तौर दे उत्ते साखी समझो कि जो कर्मां दी फास है वो बड़ी प्रबल है। जो जो तुसी मन दे अंदर फुरना कर रहे हो उन्ने ही तुहाडे जन्म वध रहे ने। जेती मन की वासना, जिन्नी तुसी मन की वासना करी जाओगे, वधाई जाओगे, हेत वधाई जाओगे, उन्ने ही जन्म अगे वधी जा रहे ने। भीष्म पितामह ने कहा गुरुदेव भगवान कृष्ण ऐसी की गल हो गई सी कि मैनू मेरे ही सिखाए पुत्र अर्जन ने कुरुक्षेत्र बाणा दे नाल विन दिता है। ऐसे मेरे की कर्म सीगे भगवान कि मेरे ही पुत्र अर्जन ने मैनू बाणा दे नाल विन दिता है। ऐसा मैं की दुष्कर्म कर लिया। भगवान कृष्ण ने कहा भीष्म पितामह जी कि जदों तुसी 107 जन्म पहला रथ दे उत्ते एक जगह तो निकल रहे सी, एक मरिया सप पिया सी तुहाडे राह दे अंदर, तुसी रथ तो उतरे, भत्थे चों तीर कढ़िया, वो तीर कढ़ के सप नूं चुक के कंडियां दे उत्ते सुट दिता। ਉਹ जन्म दे जो कर्म सीगे वो सप दे, जो तुसी सप नूं कंडियां ते सुटिया सी, अज तुसी उसी कंडियां दी सेज ते हो। कर्म की गति इन्नी बलवान है, जो जो कर्म कीते ने वो भोगने ही पैने ने।
ਚਾਹੇ ਸ਼ੁਭ ਤੇ ਚਾਹੇ ਅਸ਼ੁਭ। ਤੇ ਜਿੰਨੇ ਅਸੀਂ ਕਰਮ ਕਰ ਰਹੇ ਹਾਂ ਉਨੇ ਹੀ ਜਨਮ ਹੋਰ ਲੈਣੇ ਪੈ ਰਹੇ ਨੇ। ਇੱਕ ਛੋਟਾ ਜਿਹਾ ਕਰਮ ਵੀ ਅਸੀਂ ਜੋ ਕਰਦੇ ਹਾਂ ਉਸ ਦੇ ਕਰਕੇ ਵੀ ਸਾਨੂੰ ਜਨਮ ਲੈਣਾ ਪਵੇਗਾ ਉਹਨੂੰ ਭੋਗਣ ਦੇ ਲਈ। ਉਹ ਗੁਰਦੇਵ ਦੀ ਇੱਛਾ ਹੈ ਕਿ ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਧੁਰ ਕਰਤਾਰ। ਜੋ ਕਰਤਾਰ ਨੇ ਲੇਖ ਲਿਖੇ ਨੇ ਉਹ ਮਹਾਰਾਜ ਸੁਪਨੇ 'ਚ ਵੀ ਕੱਟ ਸਕਦੇ ਨੇ, ਉਹ ਗੱਲ ਅੱਡ ਹੈ, ਪਰ ਕਰਮ ਕੱਟਣਾ ਜ਼ਰੂਰ ਪਵੇਗਾ। ਮਹਾਰਾਜ ਕਹਿੰਦੇ ਜਿੰਨੇ ਤੂੰ ਕਰਮ ਲਾਲਚ ਦੇ ਲੱਗ ਕੇ ਕਰ ਰਿਹਾ ਹੈ ਤੇਹ ਤੇਹ, ਇੱਥੇ ਪਾਠ ਤਹਿ ਨਹੀਂ ਪੜਨਾ, ਤੱਤੇ ਨੂੰ ਸਿਹਾਰੀ ਹੈ, ਸਾਰੇ ਨੋਟ ਕਰ ਲਓ। ਜਦੋਂ ਤੱਤੇ ਮੁਕਤਾ ਹਾਹਾ ਮੁਕਤਾ ਹੈ ਤੇ ਪਾਠ ਤਹਿ ਹੈ, ਜਦੋਂ ਤੱਤੇ ਨੂੰ ਸਿਹਾਰੀ ਹੈ ਤੇ ਹਾਹਾ ਮੁਕਤਾ ਹੈ ਤੇ ਪਾਠ ਤੇਹ ਹੈ। ਤੇਹ ਤੇ ਆਪ ਵਧਾਇਓ ਤੇ ਉੱਥੇ ਫਿਰ ਤੂੰ ਆਪ ਬੰਧਨਾਂ ਦੇ ਅੰਦਰ ਫਸ ਰਿਹਾ ਹੈ। ਵਿਸ਼ਰਾਮ ਦੇ ਕੇ ਗੁਰਦੇਵ ਫਰਮਾਨ ਕਰਦੇ ਨੇ, ਸਮਝ ਨਾ ਪਰੀ ਵਿਖੈ ਰਸ ਰਚਿਓ ਜਸ ਹਰ ਕੋ ਬਿਸਰਾਇਓ। ਗੁਰਦੇਵ ਵਿਸ਼ਰਾਮ ਦੇ ਕੇ ਕਹਿੰਦੇ ਨੇ ਕਿ ਮੈਨੂੰ ਸਮਝ ਨਹੀਂ ਪੜ ਰਹੀ, ਵਿਖੇ ਦੇ ਰਸ ਦੇ ਅੰਦਰ, ਵਾਸ਼ਨਾ ਦੀ ਰਸ ਦੇ ਅੰਦਰ ਮੇਰਾ ਮਨ ਜੋ ਹੈ ਲਪਟ ਰਿਹਾ ਤੇ ਹਰੀ ਦੇ ਜਸ ਨੂੰ ਮੈਂ ਵਿਸਾਰ ਬੈਠਾ। ਵਾਹਿਗੁਰੂ 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 ਵਾਹਿਗੁਰੂ। ਸਿਮਰਨ ਦੇ ਨਾਲ ਹੇਤ ਨਹੀਂ ਲੱਗਦਾ, ਹਰੀ ਦੇ ਜਸ ਨੂੰ ਵਿਸਾਰ ਦਿੱਤਾ ਵਿਖੇ ਦੇ ਰਸ ਦੇ ਅੰਦਰ। ਕਿਉਂਕਿ ਜਦੋਂ ਵਿਸ਼ੇ ਵਾਸ਼ਨਾ ਭੋਗਾਂਗੇ, ਸੰਸਾਰਿਕ ਕਿਰਤਾਂ ਦੇ ਅੰਦਰ ਹੋਰ ਤਰੱਕੀਆਂ ਪਾਵਾਂਗੇ, ਹਰੀ ਦੇ ਨਾਮ ਤੋਂ ਟੁੱਟਣਾ ਪਵੇਗਾ। ਤੇ ਮਹਾਰਾਜ ਕਹਿੰਦੇ ਉਸ ਕਰਕੇ ਹਰੀ ਦਾ ਨਾਮ ਵਿਸਰਦਾ ਹੈ। ਸੰਗ ਸੁਆਮੀ ਸੋ ਜਾਣਿਓ ਨਾਹਨ ਬਨ ਖੋਜਨ ਕੋ ਧਾਇਓ। ਸੁਆਮੀ ਦੇ ਨਾਲ, ਵਾਹਿਗੁਰੂ ਅਕਾਲ ਪੁਰਖ ਦੇ ਨਾਲ ਸੰਗ ਨਹੀਂ ਕੀਤਾ ਤੇ ਬਨ ਖੋਜਨ ਕੋ ਧਾਇਓ। ਜੰਗਲਾਂ ਦੇ ਅੰਦਰ, ਉਜਾੜਾਂ ਦੇ ਅੰਦਰ ਰੱਬ ਨੂੰ ਭਾਲਦਾ ਫਿਰਦਾ। ਗੁਰਦੇਵ ਦੀ ਬਾਣੀ ਤੈਨੂੰ ਪਿੱਛੇ ਕਹਿ ਕੇ ਆਈ ਹੈ, ਆਏ ਅਨੇਕ ਜਨਮ ਭ੍ਰਮ ਸਰਣੀ। ਤੇ ਹੁਣ ਤੂੰ ਗੁਰਦੇਵ ਦੀ ਸ਼ਰਨ 'ਚ ਆਇਆ, ਥੋੜਾ ਜਿਹਾ ਨਾਮ ਜਪ ਲੈ, ਵਾਹਿਗੁਰੂ 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 ਸਿਮਰਨ ਕਰ ਲੈ। ਜਿੰਨਾ ਤੁਸੀਂ ਸਤਸੰਗ ਦੇ ਅੰਦਰ ਸਿਮਰਨ ਕਰ ਰਹੇ ਹੋ ਨਾ, ਮੰਨ ਲਓ ਹੁਣ ਅਸੀਂ ਇੱਥੇ 50 ਜੀ ਬੈਠੇ ਹਾਂ, ਤੁਸੀਂ ਇੱਕ ਵਾਰੀ ਰਸਨਾ ਤੋਂ ਬੋਲ ਰਹੇ ਹੋ, ਉਹ 50ਵਾਂ ਦਾ ਫਲ ਵੀ ਤੁਹਾਨੂੰ ਮਿਲ ਰਿਹਾ। ਜੇ ਤੁਸੀਂ 5 ਵਾਰੀ ਸਿਮਰਨ ਕੀਤਾ ਤੇ 5 ਨੂੰ 50 ਨਾਲ ਗੁਣਾ ਕਰ ਲਓ, ਉਹ 250 ਵਾਰੀ ਸਿਮਰਨ ਦਾ ਫਲ ਤੁਹਾਨੂੰ ਮਿਲਣਾ। ਆਖਣਾ ਕਰੋ ਸਤਨਾਮ। ਜੇ ਸੰਗਤ ਦੇ ਅੰਦਰ ਸਿਮਰਨ ਕਰਨ ਦੀ ਬਹੁਤ ਖਾਲਸਾ ਜੀ ਮਹੱਤਵਤਾ ਹੈ। ਜਿੰਨਾ ਹੋ ਸਕੇ ਸੰਗਤ ਦੇ ਅੰਦਰ ਆ ਕੇ ਨੇਤਰ ਬੰਦ ਕਰਕੇ ਕਥਾ ਕੀਰਤਨ ਸੁਣਦੇ ਅੰਦਰ ਨਾਮ ਜਪਣਾ ਚਾਹੀਦਾ। ਕਿਉਂਕਿ ਸੰਗਤ ਦੇ ਅੰਦਰ ਜੋ ਵੀ ਕੋਈ ਗੁਰਸਿੱਖ ਪਿਆਰਾ ਨਾਮ ਜਪ ਰਿਹਾ ਉਹਦੇ ਮਹਾਨ ਮਹਾਪੁਰਸ਼ਾਂ ਦਾ ਫਲ ਵੀ ਸਾਨੂੰ ਮਿਲਦਾ। ਸੋ ਇਸ ਕਰਕੇ ਸੰਗਤ ਦੇ ਅੰਦਰ ਆ ਕੇ ਵਾਹਿਗੁਰੂ ਵਾਹਿਗੁਰੂ ਸਿਮਰਨ ਜ਼ਰੂਰ ਕਰਿਆ ਕਰੋ। ਰਤਨ ਰਾਮ ਕਟ ਹੀ ਕੇ ਭੀਤਰ ਤਾਕੋ ਗਿਆਨ ਨਾ ਪਾਇਓ। ਵਾਹਿਗੁਰੂ 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 ਜੋ ਹਿਰਦੇ ਦੇ ਅੰਦਰ ਨਾਮ ਹੈ, ਅਮੋਲਕ ਨਾਮ ਹੈ, ਹੀਰਾ ਹਾਥ ਚੜਿਆ ਨਿਰਮੋਲਕ, ਛੂਟ ਗਈ ਸੰਸਾਰੀ। ਉਹ ਜੋ ਹਿਰਦੇ ਦੇ ਅੰਦਰ ਰਾਮ ਦਾ ਨਾਮ ਹੈ, ਘਟ ਦੇ ਅੰਦਰ, ਮਹਾਰਾਜ ਕਹਿੰਦੇ ਰਤਨ ਰਾਮ ਘਟ ਹੀ ਕੇ ਭੀਤਰ। ਘਟ ਦਾ ਅਰਥ ਤੇ ਹਿਰਦਾ ਹੈ। ਤਾਂ ਕੋ ਗਿਆਨ ਨਾ ਪਾਇਓ। ਤੇਰੇ ਹਿਰਦੇ ਦੇ ਅੰਦਰ ਨਾਮ ਹੈ, ਤੂੰ ਕਿਉਂ ਬਾਹਰ ਲੱਭਦਾ ਹੈ? ਅੱਜ ਕਹਿੰਦਾ ਹੈ ਕਿ ਮੈਂ ਜੇ ਫਲਾਣੀ ਥਾਂ ਦੇ ਤੀਰਥ ਤੇ ਜਾਵਾਂਗਾ ਨਾ, ਮੈਨੂੰ ਉੱਥੇ ਫਲ ਜ਼ਿਆਦਾ ਨਾਮ ਦਾ ਮਿਲੇਗਾ। ਮਹਾਰਾਜ ਕਹਿੰਦੇ ਤੇਰੇ ਹਿਰਦੇ ਦੇ ਅੰਦਰ ਨਾਮ ਹੈ, ਤੂੰ ਵਾਹਿਗੁਰੂ 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 ਜਪ। ਉਹ ਹਿਰਦੇ ਦਾ ਨਾਮ ਹੀ ਤੇਰੇ ਅੰਦਰ ਰਤਨ ਅਮੋਲਕ ਪਿਆ ਹੈ। ਉਹ ਰਤਨ ਅਮੋਲਕ ਤੈਨੂੰ ਬਹੁਤ ਵੱਡੀਆਂ ਤਰੱਕੀਆਂ ਦੇਵੇਗਾ। ਜਨ ਨਾਨਕ ਭਗਵੰਤ ਭਜਨ ਬਿਨ ਬਿਰਥਾ ਜਨਮ ਗਵਾਇਓ। ਗੁਰਦੇਵ ਨੌਵੇਂ ਗੁਰੂ ਨਾਨਕ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਆਪ ਬਚਨ ਕਰਦੇ ਨੇ, ਹੇ ਗੁਰਦੇਵ ਭਗਵੰਤ ਭਜਨ ਬਿਨ। ਵਾਹਿਗੁਰੂ ਦਾ ਜਿੰਨਾ ਸਿਮਰਨ ਕਰੇਗਾ ਉਹ ਘੱਟ ਹੈ। ਕਾਹੇ ਰੇ ਨਰ ਗਰਭ ਕਰਤੋ ਬਿਨਸ ਜਾਏ ਝੂਠੀ ਦੇਹੀ। ਤੂੰ ਕਿਉਂ ਦੇਹੀ ਦਾ ਮਾਣ ਕਰਦਾ ਹੈ ਤੇ ਬਿਨਸ ਹੀ ਜਾਣੀ ਹੈ। ਇਸ ਦੇਹੀ ਤੋਂ ਨਾਮ ਜਪ, ਜਿੰਨਾ ਹੋ ਸਕਦਾ ਹੈ ਸਿਮਰਨ ਕਰ। ਜਨ ਨਾਨਕ ਭਗਵੰਤ ਭਜਨ ਬਿਨ ਬਿਰਥਾ ਜਨਮ ਗਵਾਇਓ। ਪ੍ਰਭੂ ਦੇ ਭਜਨ ਤੋਂ ਬਿਨਾਂ ਜਿਹੜਾ ਜਨਮ ਹੈ ਉਹ ਬਿਰਥਾ ਹੀ ਜਾਂਦਾ ਹੈ। ਹੇ ਨੌਵੇਂ ਪਾਤਸ਼ਾਹ ਮਹਾਰਾਜ, ਤੁਹਾਡੀ ਬਾਣੀ ਦੇ ਹਿਸਾਬ ਨਾਲ ਸਾਨੂੰ ਚੱਲਣ ਦੀ ਸਮਰੱਥਾ ਤਾਂ ਨਹੀਂ, ਪਰ ਮਹਾਰਾਜ ਤੁਹਾਡੀ ਬਾਣੀ ਕਹਿੰਦੀ ਹੈ ਵੀ ਤੁਹਾਨੂੰ ਅਰਦਾਸ ਕਰੀਏ ਤਾਂ ਤੁਸੀਂ ਕਿਰਪਾ ਕਰੋਗੇ, ਸਾਨੂੰ ਉਹ ਜੀਵਨ ਮਿਲ ਜਾਵੇਗਾ ਜੋ ਤੁਸੀਂ ਕਹਿ ਰਹੇ ਹੋ। ਮਹਾਰਾਜ ਸਾਡੀ ਕਰਨੀ ਕਰਕੇ ਤਾਂ ਨਰਕ 'ਚ ਵੀ ਥਾਂ ਨਹੀਂ, ਤੁਸੀਂ ਜਾਣਦੇ ਹੋ।
ਪਰ ਗੁਰਦੇਵ ਕਿਰਪਾ ਕਰੋ ਕਿ ਸਾਨੂੰ ਸਤਸੰਗਤ ਦੀਆਂ ਘੜੀਆਂ, ਅੰਮ੍ਰਿਤ ਵੇਲੇ ਦੇ ਜਾਗਣੇ, ਤੁਹਾਡੀ ਗੁਰਬਾਣੀ ਦਾ ਨਿਤਨੇਮ, ਜੋ ਅੰਮ੍ਰਿਤਮਈ ਬਾਣੀ ਸਾਨੂੰ ਸੱਚਖੰਡ ਲੈ ਕੇ ਜਾਣ ਵਾਲੀ ਹੈ। ਅੱਜ ਮਹਾਰਾਜ ਮੇਰਾ ਜਿਹੜਾ ਮਨ ਹੈ ਉਹ ਦੁਨਿਆਵੀ ਗੱਲਾਂ ਵੱਲ ਤਾਂ ਬਹੁਤ ਪ੍ਰੇਰਿਤ ਹੁੰਦਾ ਹੈ। ਮੈਂ ਤੇਰੀ ਸੰਗਤ 'ਚ ਆ ਕੇ ਇਹ ਗੱਲ ਸੁਣਦਾ ਵੀ ਹਾਂ ਵੀ ਬਾਣੀ ਸੱਚਖੰਡ ਲੈ ਕੇ ਜਾਵੇਗੀ, ਪਰ ਗੁਰਦੇਵ ਉਹ ਬਚਨਾਂ ਨੂੰ ਮੈਨੂੰ ਅਮਲੀ ਜੀਵਨ ਦੇ ਦਿਓ। ਕਿਰਪਾ ਕਰੋ ਮਹਾਰਾਜ, ਤੁਹਾਡੀ ਬਾਣੀ ਦੇ ਨਾਲ ਮੇਰਾ ਹੇਤ ਵਧੇ, ਤੁਹਾਡੀ ਗੁਰਬਾਣੀ ਮੈਂ ਦਿਨ ਰਾਤ ਪੜ੍ਹਾਂ। ਲੋਕੀ ਕਹਿੰਦੇ ਰਹਿਣ ਬਈ ਬਾਣੀ ਪੜ੍ਹਨ ਲੱਗ ਗਿਆ। ਮੈਨੂੰ ਹੁਣ ਸੰਸਾਰਿਕ ਲੋਕਾਂ ਦੀ ਸ਼ਰਮ ਨਹੀਂ, ਕਿਉਂਕਿ ਜੇ ਘੁੰਗਰੂ ਲਾ ਹੀ ਦਿੱਤੇ, ਘੁੰਗਰੂ ਪਾ ਲਏ, ਫੇਰ ਨੱਚਣ ਤੋਂ ਓਲਾ ਕਾਹਦਾ। ਜੇ ਹੁਣ ਗੁਰੂ ਦੀ ਸਿੱਖੀ ਧਾਰਨ ਕਰ ਲਈ, ਫਿਰ ਗੁਰਬਾਣੀ ਪੜ੍ਹਨ ਤੋਂ ਸੰਗ ਕਾਹਦਾ। ਗੱਜ ਗੱਜ ਕੇ ਬਾਣੀ ਪੜ੍ਹੋ, ਜਿੰਨੀ ਹੋ ਸਕਦੀ ਹੈ ਪੜ੍ਹੋ। ਕੋਈ ਸੋਚੇਗਾ ਵੀ ਹੁਣ ਬਾਣੀ ਪੜ੍ਹਨ ਲੱਗ ਗਿਆ ਤਾਂ ਕੀ ਹੋ ਗਿਆ, ਪਰਮੇਸ਼ਵਰ ਦੀ ਖੁਸ਼ੀ ਹੈ। ਗੁਰਬਾਣੀ ਪੜ੍ਹੋਗੇ ਤੁਹਾਡਾ ਲੋਕ ਤੇ ਪਰਲੋਕ ਸੁਹੇਲਾ ਹੋ ਜਾਵੇਗਾ। ਜਿੰਨੀ ਹੋ ਸਕਦਾ ਬਾਣੀ ਪੜ੍ਹੋ, ਵੱਧ ਤੋਂ ਵੱਧ ਪੜ੍ਹੋ। ਸੋ ਇੰਨੇ ਕੁ ਬਚਨ ਪ੍ਰਵਾਨ ਕਰਨੇ। ਜਨ ਨਾਨਕ ਭਗਵੰਤ ਭਜਨ ਬਿਨ ਬਿਰਥਾ ਜਨਮ ਗਵਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।